ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਕਿਰਪਾ ਨਿਧਾਨ ਅਨਾਥ ਨਾਥ ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਸਤਿਗੁਰੂ ਨੌਵੇਂ ਪਾਤਸ਼ਾਹ ਦੇ ਪਾਵਨ ਪਵਿੱਤਰ ਸੱਚਖੰਡ ਦਰਬਾਰ ਅੰਦਰ ਇਕੱਤਰ ਹੋਏ ਗੁਰੂ ਸਵਰੂਪ ਸਤਿਗੁਰਾਂ ਦੇ ਪਰਮ ਪਿਆਰ 'ਚ ਪਰੋਤੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀਓ, ਵਡਭਾਗੇ ਹੋ। ਅੰਮ੍ਰਿਤ ਵੇਲੇ ਤੋਂ ਗੁਰੂ ਚਰਨਾਂ ਵਿੱਚ ਹਾਜ਼ਰੀਆਂ ਭਰ ਕੇ ਮਹਾਰਾਜ ਭਗਤ ਨਾਮਦੇਵ ਜੀ ਦਾ ਪਾਵਨ ਪਵਿੱਤਰ ਅਵਤਰਨ ਦਿਹਾੜਾ ਬੜੀ ਸ਼ਰਧਾ ਨਾਲ, ਭਾਵਨਾ ਨਾਲ, ਸਤਿਕਾਰ ਨਾਲ ਮਨਾ ਰਹੇ। ਭਗਤ ਨਾਮਦੇਵ ਜੀ ਮਹਾਰਾਜ ਜੀ ਦਾ ਅੱਜ 750 ਸਾਲਾ ਅਵਤਰਨ ਦਿਹਾੜਾ ਹੈ, ਜਨਮ ਦਿਹਾੜਾ ਹੈ। ਪੂਰੇ 750 ਸਾਲ ਪਹਿਲਾਂ ਇਸ ਮਹਾਨ ਆਤਮਾ ਦਾ ਇਸ ਮਾਤ ਲੋਕ ਦੀ ਧਰਤੀ ਤੇ ਆਵਣਾ ਹੋਇਆ। ਮਹਾਰਾਸ਼ਟਰ ਦੇ ਵਿੱਚ ਨਰਸੀ ਨਾਮਦੇਵ, ਜਿਸ ਦਾ ਪਹਿਲਾ ਨਾਮ ਨਰਸੀ ਬਾਹਮਣੀ ਸੀ, ਪਰ ਭਗਤ ਨਾਮਦੇਵ ਜੀ ਦਾ ਜਨਮ ਇਸ ਨਗਰ ਵਿੱਚ ਹੋਣ ਕਰਕੇ ਇਸ ਨਗਰ ਨੂੰ ਪ੍ਰਸਿੱਧੀ ਮਿਲੀ ਨਰਸੀ ਨਾਮਦੇਵ। ਇਸ ਨਗਰ ਵਿੱਚ ਭਗਤ ਨਾਮਦੇਵ ਜੀ ਦਾ ਜਨਮ ਅੱਜ ਦੇ ਦਿਨ ਪਿਤਾ ਦਾਮ ਸੇਠ ਜੀ ਔਰ ਮਾਤਾ ਗੌਣਾ ਬਾਈ ਜੀ ਦੇ ਗ੍ਰਹਿ ਵਿਖੇ ਹੋਇਆ। ਭਗਤ ਜੀ ਦੇ ਸਤਿਕਾਰਯੋਗ ਪਿਤਾ ਦਾ ਨਾਮ ਸੀ ਦਾਮ ਸੇਠ। ਛੀਂਬਿਆਂ ਦਾ ਪਰਿਵਾਰ ਸੀ। ਲੋਕਾਂ ਦੇ ਕੱਪੜੇ ਸੀਵਣੇ, ਕੱਪੜੇ ਧੋਣੇ, ਕਿਉਂਕਿ ਜੈਸੀ ਕੋਈ ਕਿਰਤ ਕਰਦਾ ਸੀ ਉਸਦੀ ਕਿਰਤ ਦੇ ਮੁਤਾਬਕ ਉਹਦੀ ਜਾਤੀ ਬਣਦੀ ਸੀ। ਬਾਅਦ ਵਿੱਚ ਲੋਕਾਂ ਨੇ ਇਹਨਾਂ ਜਾਤੀਆਂ ਨੂੰ ਉੱਚੀਆਂ ਨੀਵੀਆਂ ਜਾਤੀਆਂ ਦਾ ਦਰਜਾ ਦੇ ਦਿੱਤਾ। ਕੱਪੜੇ ਦਾ ਕੰਮ ਕਰਨ ਵਾਲੇ ਕੱਪੜੇ ਸੀਵਣ ਦਾ ਕੰਮ ਕਰਨਾ ਜਾਂ ਫਿਰ ਕੱਪੜੇ ਧੋਣ ਦਾ ਕੰਮ ਕਰਨਾ, ਇਹ ਕੰਮ ਛੀਂਬਿਆਂ ਦੇ ਹਿੱਸੇ ਆਇਆ ਸੀ। ਉਹਨਾਂ ਨੂੰ ਛੀਂਬੇ ਕਹਿਣ ਲੱਗ ਪਏ ਜਿਨ੍ਹਾਂ ਨੇ ਇਹ ਕੰਮ ਕੀਤਾ। ਸਹਿਜੇ ਸਹਿਜੇ ਲੋਕਾਂ ਨੇ, ਬ੍ਰਾਹਮਣਾਂ ਨੇ ਇਹ ਰੀਤੀ ਬਣਾ ਦਿੱਤੀ ਵੀ ਇਹ ਨੀਵੀਂ ਬਰਾਦਰੀ ਦੇ ਨੇ, ਨੀਵੇਂ ਵਰਣ ਦੇ ਨੇ, ਇਹ ਸਾਡੇ ਨਾਲ ਬਹਿ ਕੇ ਮੰਦਿਰ 'ਚ ਭਗਤੀ ਨਹੀਂ ਕਰ ਸਕਦੇ। ਮਹਾਰਾਜ ਭਗਤ ਨਾਮਦੇਵ ਜੀ ਨੇ ਇਹੋ ਜਿਹੀ ਭਗਤੀ ਕੀਤੀ ਹੈ ਪਰਮੇਸ਼ਰ ਦੀ, ਅਕਾਲ ਪੁਰਖ ਦੀ, ਕਿ ਨਿਰੰਕਾਰ ਦੀ ਭਗਤੀ ਕਰਦਿਆਂ ਕਰਦਿਆਂ ਪਰਮੇਸ਼ਰ ਵਿੱਚ ਇਕਮਿਕ ਹੋ ਗਏ। ਭਗਤ ਜੀ ਦੇ ਗੁਰਦੇਵ ਦਾ ਨਾਮ ਸੀ ਗਿਆਨਦੇਵ ਜੀ। ਬੜੀ ਉੱਚ ਅਵਸਥਾ ਦੇ ਮਾਲਕ ਸਨ ਗਿਆਨਦੇਵ ਜੀ, ਜਿਨ੍ਹਾਂ ਕੋਲੋਂ ਭਗਤ ਨਾਮਦੇਵ ਜੀ ਨੂੰ ਰੰਗ ਲੱਗਾ। ਸ਼ੁਰੂਆਤੀ ਦੌਰ ਵਿੱਚ ਜੈਸੀ ਪਰਿਵਾਰ ਦੀ ਪ੍ਰਕਿਰਿਆ ਸੀ ਉਹਦੇ ਮੁਤਾਬਕ ਠਾਕੁਰ ਜੀ ਨੂੰ ਭੋਗ ਲਵਾਉਣਾ, ਦੁੱਧ ਪਿਲਾਉਣਾ। ਭਗਤ ਨਾਮਦੇਵ ਜੀ ਮਹਾਰਾਜ ਜੀ ਵੀ ਸ਼ੁਰੂਆਤੀ ਦੌਰ ਵਿੱਚ ਉਸ ਵਿੱਚੋਂ ਲੰਘੇ ਹਨ, ਪਰ ਅਖੀਰ ਆਕਾਰ ਤੋਂ ਨਿਰਾਕਾਰ ਤੱਕ ਜਾਣਾ ਪੈਂਦਾ, ਕਿਉਂਕਿ ਨਿਰਾਕਾਰ ਵਿੱਚ ਜਦੋਂ ਤੱਕ ਇਕਮਿਕ ਨਹੀਂ ਹੁੰਦੇ ਉਦੋਂ ਤੱਕ ਮੋਕਸ਼ ਪ੍ਰਾਪਤ ਨਹੀਂ ਹੁੰਦੀ। ਉਹ ਤਾਂ ਉਦਾਂ ਹੀ ਭੋਗ ਲਵਾਉਂਦੇ ਸੀ, ਪਰ ਭਗਤ ਜੀ ਨੇ ਵਾਹਿਗੁਰੂ ਨੂੰ ਪ੍ਰਤੱਖ ਕਰਕੇ ਤੇ ਇਹਨਾਂ ਨੂੰ ਦੁੱਧ ਦਾ ਭੋਗ ਲਵਾਇਆ। ਦੁੱਧ ਪੀਓ ਮੇਰੇ ਗੋਬਿੰਦ ਰਾਏ ਕਹਿ ਕੇ ਮਹਾਰਾਜ ਛਕੋ। ਵਾਹਿਗੁਰੂ ਪਰਮੇਸ਼ਰ ਨੂੰ ਕਣ ਕਣ ਵਿੱਚ ਵੇਖਿਆ। ਪਰਮੇਸ਼ਰ ਦੇ ਦੋ ਸਵਰੂਪ ਨੇ, ਇੱਕ ਵਿਆਪਕ ਚੇਤਨ ਕਹਿ ਸਕਦੇ, ਇੱਕ ਚੇਤਨ ਸਵਰੂਪ ਹੈ, ਸਮਸ਼ਟੀ ਰੂਪ ਵਿੱਚ ਤੇ ਵਿਅਸ਼ਟੀ ਰੂਪ ਵਿੱਚ।
ਸਮਸ਼ਟੀ ਰੂਪ ਵਿੱਚ ਉਹ ਸਾਰਿਆਂ ਵਿੱਚ ਵਿਆਪਕ ਹੈ, ਇੱਕ ਸਮਾਨ ਹੈ। ਵਿਅਸ਼ਟੀ ਰੂਪ ਦਾ ਮਤਲਬ ਹੁੰਦਾ ਵੀ ਕਿਸੇ ਇੱਕ ਵਿੱਚੋਂ ਪ੍ਰਤੱਖ ਕਰਕੇ ਵੇਖਣਾ। ਭਗਤ ਨਾਮਦੇਵ ਜੀ ਨੇ ਵਾਹਿਗੁਰੂ ਨੂੰ ਇੱਕ ਵਾਰ ਨਹੀਂ ਅਨੇਕਾਂ ਵਾਰ ਵਿਅਸ਼ਟੀ ਰੂਪ ਵਿੱਚ ਪ੍ਰਗਟ ਕਰਕੇ ਦਰਸ਼ਨ ਕੀਤੇ। ਵਿਅਸ਼ਟੀ ਰੂਪ ਵਿੱਚ ਜੇ ਘਰ ਨੂੰ ਅੱਗ ਲੱਗੀ ਹੈ ਤਾਂ ਉਸ ਬਲਦੀ ਹੋਈ ਅੱਗ ਦੇ ਵਿੱਚੋਂ ਵੀ ਵਿਅਸ਼ਟੀ ਰੂਪ ਪਰਮੇਸ਼ਰ ਨੂੰ ਵੇਖਦੇ ਹੈ, ਤਾਂ ਉਸ ਅਗਨੀ ਵਿੱਚੋਂ ਵੀ ਵਾਹਿਗੁਰੂ ਜੀ ਪ੍ਰਗਟ ਹੋ ਕੇ ਭਗਤ ਨਾਮਦੇਵ ਜੀ ਦੀ ਛੰਨ ਬਣਾਉਂਦੇ ਹੈ। ਇੱਕ ਵਾਰ ਕਿਉਂਕਿ ਬ੍ਰਾਹਮਣ ਉਦਾਂ ਤਾਂ ਭਗਤ ਨਾਮਦੇਵ ਜੀ ਨੂੰ ਹਰਾ ਨਹੀਂ ਸਨ ਸਕਦੇ, ਰਾਤ ਦਾ ਵੇਲਾ ਸੀ। ਉਹਨਾਂ ਨੇ ਇੱਕ ਦਿਨ ਭਗਤ ਨਾਮਦੇਵ ਜੀ ਮਹਾਰਾਜ ਜੀ ਉੱਥੇ ਚਲੇ ਗਏ। ਉਹਨਾਂ ਆਖਿਆ ਇਹ ਸ਼ੂਦਰ ਸਾਡੇ ਨਾਲ ਆ ਕੇ ਬਹਿ ਗਿਆ, ਵੀ ਇਹਦੇ ਤੋਂ ਛੁਟਕਾਰਾ ਕਰੀਏ, ਵੀ ਇਹ ਮਰ ਜੇ ਤੇ ਚੰਗਾ ਹੈ, ਆਪ ਮਾਰਾਂਗੇ ਰੌਲਾ ਪਵੇਗਾ। ਇੱਕ ਬੜਾ ਭਿਆਨਕ ਖੂਹ ਸੀ, ਉੱਥੇ ਪ੍ਰਗਟ ਸੀ ਕਿ ਇੱਥੇ ਬੜਾ ਭਿਆਨਕ ਦਾਨਵ ਰਹਿੰਦਾ, ਜਿਹੜਾ ਉਸ ਖੂਹ ਤੇ ਪਾਣੀ ਭਰਨ ਜਾਂਦਾ ਉਹਨੂੰ ਉਹ ਮਾਰ ਦਿੰਦਾ। ਜਾਣ ਬੁੱਝ ਕੇ ਬਾਹਮਣਾ ਨੇ ਆਖਿਆ ਨਾਮਦੇਵ ਜਾ ਫਲਾਣੇ ਖੂਹ ਤੋਂ ਪਾਣੀ ਭਰ ਕੇ ਲਿਆ। ਭਗਤ ਜੀ ਮਹਾਰਾਜ ਨਿਰਛਲ ਨਿਸ਼ਕਪਟ, ਬ੍ਰਾਹਮਣਾਂ ਦਾ ਕਪਟ, ਕਿਉਂਕਿ ਜਦੋਂ ਕਿਸੇ ਨਿਰਛਲ ਤੇ ਨਿਸ਼ਕਪਟ ਵਿਅਕਤੀ ਨਾਲ ਕੋਈ ਕਪਟ ਕਰਦਾ, ਉਹ ਕਪਟ ਉਹਦਾ ਆਪਣੇ ਆਪ ਨਾਲ ਕਪਟ ਹੁੰਦਾ। ਉਸ ਨਿਰਛਲ ਨਿਸ਼ਕਪਟ ਨੂੰ ਉਹ ਕਪਟ ਦੇ ਨਾਲ ਪ੍ਰਮਾਰ ਨਹੀਂ ਸਕਦਾ, ਕਿਉਂਕਿ ਉਹਦਾ ਰਾਖਾ ਪਰਮੇਸ਼ਰ ਹੁੰਦਾ। ਅਕਸਰ ਕਈ ਲੋਕ ਸੋਚਦੇ ਨੇ ਵੀ ਅਸੀਂ ਭੋਲੇ ਭਾਲੇ ਜੀਵਾਂ ਨੂੰ ਠੱਗ ਲਿਆ, ਵੇਖੋ ਉਹਨਾਂ ਨੂੰ ਪਤਾ ਨਹੀਂ ਲੱਗਣ ਦਿੱਤਾ। ਜੇ ਕਿਸੇ ਭੋਲੇ ਵਿਅਕਤੀ ਨੂੰ ਕਿਸੇ ਨੇ ਠੱਗਿਆ ਹੈ, ਕਿਸੇ ਨਿਸ਼ਕਪਟ ਬੰਦੇ ਨਾਲ ਕਿਸੇ ਨੇ ਕਪਟ ਕੀਤਾ, ਤਾਂ ਉਹ ਕਪਟ ਉਹਦੇ ਨਾਲ ਨਹੀਂ, ਉਹਦਾ ਆਪਣੇ ਆਪ ਨਾਲ ਕਪਟ ਹੋਇਆ। ਉਹਦਾ ਦੰਡ, ਉਹਦਾ ਹਰਜਾਨਾ ਉਹਨੂੰ ਸਮਾਂ ਆਉਣ ਤੇ ਭੁਗਤਣਾ ਪਵੇਗਾ। ਭਗਤ ਜੀ ਨਿਸ਼ਕਪਟ ਨੇ ਜਦੋਂ ਗਏ ਨੇ ਖੂਹ ਤੇ, ਰਾਤ ਦਾ ਵੇਲਾ ਹੈ, ਵਾਕਈ ਉੱਥੇ ਇੱਕ ਦਾਨਵ ਪ੍ਰਗਟ ਹੋਇਆ, ਦੇਵ। ਭਗਤ ਜੀ ਜਦੋਂ ਉਸ ਦੇਵ ਨੂੰ ਵੇਖਦੇ, ਬੜੀ ਡਰਾਉਣੀ ਸ਼ਕਲ ਹੈ, ਵੇਖਣ ਵਾਲੇ ਦੇ ਤਰਾਸ ਨਿਕਲ ਜਾਣ, ਪਰ ਭਗਤ ਜੀ ਨੂੰ ਵਿਅਸ਼ਟੀ ਰੂਪ ਪਰਮਾਤਮਾ ਉਹਦੇ ਵਿੱਚ ਨਜ਼ਰ ਆ ਰਿਹਾ, ਤਾਂ ਕਹਿੰਦੇ ਆਓ ਕਲੰਦਰ ਕੇਸਵਾ ਕਰ ਅਬਦਾਲੀ ਪੇਸਵਾ। ਆਹਾ ਮਹਾਰਾਜ, ਅੱਜ ਕਲੰਦਰ ਬਣ ਕੇ ਆਏ ਹੋ, ਬੜਾ ਭਿਆਨਕ ਰੂਪ ਬਣਾ ਕੇ ਆਏ ਹੋ ਮਹਾਰਾਜ, ਆ ਗਏ ਹੋ, ਚਲੋ ਆਏ ਤੇ ਹੋ, ਅੱਜ ਭਿਆਨਕ ਰੂਪ ਬਣਾ ਕੇ ਆਏ ਹੋ, ਪਰ ਆਏ ਤੇ ਹੈ ਤਾਂ ਇਹ ਵੀ ਤੁਹਾਡਾ ਹੀ ਰੂਪ। ਉਹਦੇ ਵਿੱਚੋਂ ਵੀ ਵਾਹਿਗੁਰੂ ਦੇ ਪਰਮਾਤਮਾ ਦੇ ਪ੍ਰਤੱਖ ਦਰਸ਼ਨ ਭਗਤ ਨਾਮਦੇਵ ਜੀ ਨੇ ਕੀਤੇ। ਬ੍ਰਾਹਮਣ ਬੜੇ ਹੈਰਾਨ ਸਨ, ਬਾਂਹ ਫੜ ਕੇ ਉਠਾ ਕੇ ਚੱਲ ਤੂੰ ਮੰਦਰ ਵਿੱਚੋਂ ਬਾਹਰ। ਭਗਤ ਨਾਮਦੇਵ ਜੀ ਮਹਾਰਾਜ ਜੀ ਅੱਗੇ ਕਦੇ ਮਨ ਨੂੰ ਰੰਜ ਨਹੀਂ ਹੋਇਆ, ਅੱਜ ਰੰਜ ਹੋਇਆ। ਮਹਾਰਾਜ ਮੈਨੂੰ ਤੁਸੀਂ ਛੀਂਬਿਆਂ ਦੇ ਘਰ ਕਾਹਨੂੰ ਭੇਜਣਾ ਸੀ, ਜੇ ਤੁਸੀਂ ਆਪਣੇ ਮੰਦਰ 'ਚ ਬਹਿ ਕੇ ਮੈਨੂੰ ਇਬਾਦਤ ਵੀ ਨਹੀਂ ਸੀ ਕਰਨ ਦੇਣੀ। ਮੈਨੂੰ ਅਫਸੋਸ ਨਹੀਂ ਕਿ ਮੈਂ ਛੀਂਬਿਆਂ ਦੇ ਘਰ ਜੰਮਿਆ, ਪਰ ਅੱਜ ਹੋ ਰਿਹਾ। ਮੰਦਰ ਦੇ ਪਿਛਲੇ ਪਾਸੇ ਜਾ ਬੈਠੇ ਨੇ, ਨਿਰੰਕਾਰ ਦੇ ਗੁਣ ਗਾਇਨ ਕਰਨ ਲੱਗੇ ਨੇ, ਤੇ ਜਿਵੇਂ ਜਿਵੇਂ ਗੁਣ ਗਾਉਂਦੇ ਨੇ ਉਹ ਮੰਦਰ ਘੁੰਮਦਾ ਚਲਿਆ ਜਾਂਦਾ। ਦੁਨੀਆ ਵਿੱਚ 12 ਜੋਤੀ ਲਿੰਗ ਨੇ, ਇੱਕ ਜੋਤੀ ਲਿੰਗ ਉਸ ਮੰਦਰ ਵਿੱਚ ਹੈ। ਔਂਡੇ ਵਿੱਚ ਉਹ ਮੰਦਰ ਅੱਜ ਵੀ ਹੈ, ਜੜ੍ਹਾਂ ਨਹੀਂ ਹਨ ਉਸ ਦੀਆਂ। ਉਸ ਦਾ ਮੂੰਹ ਜਿਹੜਾ ਹੈ ਉਹ ਦੱਖਣ ਦਿਸ਼ਾ ਵੱਲ ਨਹੀਂ ਹੈ, ਉਲਟਿਆ ਹੋਇਆ। ਔਰ ਉੱਥੇ ਦੇ ਪੰਡੇ ਖੁਦ ਦੱਸਦੇ ਨੇ ਕਿ ਭਗਤ ਨਾਮਦੇਵ ਜੀ ਨੇ ਇਸ ਮੰਦਰ ਨੂੰ ਫੇਰਿਆ।
ਔਰ ਗੁਰਬਾਣੀ ਵਿੱਚ ਮੇਰੇ ਪਾਤਸ਼ਾਹ ਨੇ ਉਹ ਸ਼ਬਦ ਦਰਜ ਕੀਤਾ ਹੈ, ਜਿਉਂ ਜਿਉਂ ਨਾਮਾ ਹਰ ਗੁਣ ਉਚਰੈ, ਭਗਤ ਜਨਾ ਕਾ ਦੇਹੁਰਾ ਫਿਰੈ। ਉਹ ਮੰਦਰ ਫਿਰਿਆ। ਬ੍ਰਾਹਮਣ ਹੈਰਾਨ ਸੀ। ਸਮੇਂ ਦੇ ਮੁਸਲਮਾਨ ਸੁਲਤਾਨ ਕੋਲ ਜਾ ਕੇ ਪਹੁੰਚ ਕੀਤੀ। ਪਹੁੰਚ ਕਰਕੇ ਆਖਿਆ, ਸੁਲਤਾਨ ਇਹ ਸਾਡੀ ਬਰਾਬਰੀ ਕਰਦਾ। ਸੁਲਤਾਨ ਨੇ ਆਖਿਆ, ਇਹਨੂੰ ਸਾਡੇ ਕੋਲ ਲਿਆ, ਇਹਨੂੰ ਮੁਸਲਮਾਨ ਬਣਾਵਾਂਗੇ। ਆਖਿਆ, ਤੂੰ ਆਰਾਮ ਆਰਾਮ ਕਹਿਣਾ ਛੱਡ ਕੇ ਖੋਦਾ ਖੋਦਾ ਕਰਨ ਲੱਗ ਪਿਆ, ਛੱਡ ਦਿਆਂਗੇ ਤੈਨੂੰ। ਭਗਤ ਮਹਾਰਾਜ ਭਗਤ ਨਾਮਦੇਵ ਜੀ ਕਹਿਣ ਲੱਗੇ ਕਿ ਜੋ ਮੈਂ ਜਪ ਰਿਹਾ ਮੇਰੇ ਲਈ ਉਹੀ ਬਿਹਤ ਹੈ, ਕਿ ਮੇਰੇ ਗੁਰੂ ਨੇ ਮੈਨੂੰ ਇਹ ਮੰਤਰ ਦਿੱਤਾ ਤੇ ਮੈਂ ਉਹ ਜਪਦਾ। ਮੈਂ ਗੁਰਮੰਤਰ ਦਾ ਤਿਆਗ ਕਰਕੇ ਆਪਣੇ ਗੁਰੂ ਤੋਂ ਬੇਮੁਖ ਨਹੀਂ ਹੋ ਸਕਦਾ। ਭਾਵੇਂ ਕਿ ਖੁਦਾ ਕਹਿਣਾ ਵੀ ਪ੍ਰਮਾਤਮਾ ਦਾ ਹੀ ਨਾਮ ਹੈ, ਪਰ ਇਹ ਸਮਾਜ ਲਈ ਸਹੀ ਸੁਨੇਹਾ ਨਹੀਂ ਹੈ ਕਿ ਕਿਸੇ ਦਾ ਜਬਰੀ ਧਰਮ ਪਰਿਵਰਤਨ ਕੀਤਾ ਜਾਏ। ਇਹ ਯੋਗ ਨਹੀਂ ਹੈ। ਇਹ ਸਮਾਜ ਲਈ ਬੜਾ ਘਾਤਕ ਹੈ। ਧਾਰਮਿਕ ਤੌਰ ਤੇ ਇਸ ਭਾਰਤ ਖੰਡ ਦੀ ਭੂਮੀ ਤੋਂ ਇਲਾਵਾ ਪੂਰੇ ਵਿਸ਼ਵ ਭਰ ਦੇ ਵਿੱਚ ਹਰ ਜਗ੍ਹਾ ਤੇ ਮਨੁੱਖ ਨੂੰ ਧਾਰਮਿਕ ਆਜ਼ਾਦੀ ਹੋਣੀ ਚਾਹੀਦੀ ਹੈ। ਆਪਣੇ ਸਵੈ ਧਰਮ 'ਚ ਪਰਪੱਕ ਰਹਿਣ ਦੀ ਆਜ਼ਾਦੀ। ਇਹ ਸੰਵਿਧਾਨ ਤਾਂ ਬਾਅਦ ਵਿੱਚ ਬਣੇ ਨੇ, ਪਰ ਭਗਤ ਨਾਮਦੇਵ ਜੀ ਜੈਸੇ ਮਹਾਂਪੁਰਸ਼ ਸੈਂਕੜੇ ਸਾਲ ਪਹਿਲਾਂ ਹੀ ਇਹਦੇ ਸੰਬੰਧ ਵਿੱਚ ਆਪਣੀ ਆਵਾਜ਼ ਬੁਲੰਦ ਕਰ ਗਏ ਨੇ ਕਿ ਤੁਸੀਂ ਇਹ ਸਾਡਾ ਸੰਵਿਧਾਨਕ ਹੱਕ ਹੈ, ਨਹੀਂ ਖੋ ਸਕਦੇ। ਤੁਸੀਂ ਜਬਰੀ ਸਾਨੂੰ ਆਪਣੇ ਧਰਮ ਦੇ ਵਿੱਚ ਤਬਦੀਲ ਕਰੋ, ਇਹ ਵਿਹਤ ਨਹੀਂ ਹੈ। ਇਹ ਬਿਰਤੀ ਔਰੰਗਜ਼ੇਬ ਨੇ ਵੀ ਰੱਖੀ। ਔਰੰਗਜ਼ੇਬ ਮਰਨ ਤੋਂ ਬਾਅਦ ਕੀ ਉਹ ਬਿਰਤੀ ਸਮਾਪਤ ਹੋਈ? ਨਹੀਂ। ਅੱਜ ਵੀ ਔਰੰਗਜ਼ੇਬ ਦੇ ਅਨੇਕਾਂ ਹੀ ਅਨਿਆਈ ਹਨ ਜਿਹੜੇ ਉਸ ਬਿਰਤੀ ਦੇ ਸਹਿਤ ਕੇਵਲ ਸਰੀਰ ਬਦਲੇ ਨੇ, ਬਿਰਤੀ ਉਹੀ ਹੈ, ਧਰਮ ਉਹ ਵੀ ਤਬਦੀਲ ਕਰਾਉਣਾ ਚਾਹੁੰਦੇ ਔਰ ਕਰਾ ਵੀ ਰਹੇ ਨੇ। ਚਾਹੇ ਕਿਸੇ ਲਾਲਚ ਦਾ ਦੇ ਕੇ, ਚਾਹੇ ਕਿਸੇ ਨੂੰ ਡਰਾਵਾ ਦੇ ਕੇ, ਚਾਹੇ ਕਿਸੇ ਨੂੰ ਤੰਗ ਕਰਕੇ, ਕਿਸੇ ਨੂੰ ਇੰਨਾ ਤੰਗ ਕਰਨਾ ਕਿ ਉਹ ਡਰ ਕੇ ਭੈ ਭੀਤ ਹੋ ਕੇ ਆਪ ਹੀ ਧਰਮ ਤਿਆਗ ਦੇਵੇ, ਉਹਦੇ ਹੱਕ ਹਕੂਕ ਖੋ ਕੇ। ਭਗਤ ਜੀ ਕਹਿਣ ਲੱਗੇ, ਮੈਂ ਨਹੀਂ ਛੱਡ ਸਕਦਾ। ਗੰਗਾ ਤੇ ਜਮਨਾ ਉਲਟੀਆਂ ਵਹਿ ਜਾਣ, ਪਰ ਨਾਮਾ ਰਾਮ ਦਾ ਨਾਮ ਛੱਡ ਕੇ ਖੁਦਾ ਖੁਦਾ ਨਹੀਂ ਕਹੇਗਾ। ਮਾਤਾ ਨੇ ਆ ਕੇ ਆਖਿਆ, ਬੇਟਾ ਕੀ ਹੋ ਚੱਲਿਆ? ਜਾਨ ਬਚਦੀ ਹੈ। ਪਰ ਭਗਤ ਜੀ ਕਹਿਣ ਲੱਗੇ, ਮਾਤਾ ਤੂੰ ਮੇਰੀ ਮਾਂ ਨਹੀਂ ਹੋ ਸਕਦੀ, ਮੈਂ ਤੇਰਾ ਪੁੱਤਰ ਨਹੀਂ ਹਾਂ। ਤੇਰੇ ਨਾਲੋਂ ਅੱਜ ਮੈਂ ਰਿਸ਼ਤਾ ਤੋੜਿਆ। ਨਾ ਹੋ ਤੇਰਾ ਪੂੰਗਰਾ, ਨਾ ਤੂੰ ਮੇਰੀ ਮਾਂ ਹੈ। ਐਸਾ ਪਰਪੱਕ ਨਿਸ਼ਚਾ ਮਹਾਰਾਜ ਭਗਤ ਨਾਮਦੇਵ ਜੀ ਦਾ ਆਪਣੇ ਸਵੈ ਧਰਮ 'ਚ ਪਰਪੱਕ ਹੋਣ ਦਾ। ਅੱਛਾ, ਮਾਰ ਦਿਆਂਗਾ ਤੈਨੂੰ, ਆ ਲੈ ਫਿਰ ਮਰੀ ਗਾਂ ਹੈ, ਇਹ ਜਿਉਂਦੀ ਕਰ, ਜੇ ਤੇਰਾ ਰੱਬ ਇੰਨਾ ਸ਼ਕਤੀਸ਼ਾਲੀ ਹੈ ਫਿਰ ਇਹਨੂੰ ਜਵਾ। ਭਗਤ ਜੀ ਨੇ ਆਖਿਆ, ਸੁਲਤਾਨ ਮਰੇ ਹੋਏ ਜੀਵ ਕਦੇ ਮੁੜ ਜਿਉਂਦੇ ਨਹੀਂ ਹੁੰਦੇ। ਜੋ ਇਹ ਗਊ ਮਰ ਚੁੱਕੀ ਹੈ, ਇਹ ਕਿਵੇਂ ਜੀਵਤ? ਕੁਦਰਤ ਦੇ ਨਾਲ ਇਹਦੀ ਮੌਤ ਹੋ ਗਈ ਹੈ। ਕਹਿੰਦਾ ਨਹੀਂ, ਮੈਂ ਵੇਖਦਾ ਤੇਰੇ ਰਾਮ ਦੇ ਵਿੱਚ ਕਿੰਨੀ ਕੁ ਤਾਕਤ ਹੈ। ਨਾਮਦੇਵ ਜੀ ਕਹਿਣ ਲੱਗੇ, ਤੂੰ ਵੇਖਣਾ ਨਾ, ਪਰ ਇਹਨਾਂ ਸਮਝ ਲੈ ਵੀ ਉਹ ਤਾਕਤਵਰ ਹੈ, ਉਹ ਸ਼ਕਤੀਸ਼ਾਲੀ ਹੈ। ਤੇ ਕਹਿੰਦਾ ਫਿਰ ਮੈਂ ਵੇਖਾਂਗਾ, 8 ਘੜੀਆਂ ਦਾ ਤੈਨੂੰ ਸਮਾਂ ਦਿੰਦਾ। ਭਗਤ ਜੀ ਨੇ ਉੱਥੇ ਆਪਣੇ ਆਪ ਦੀ ਇੱਜ਼ਤ ਦੀ ਗੱਲ ਨਹੀਂ ਕੀਤੀ ਵੀ ਮੇਰੇ ਕਰਕੇ ਇਸ ਗਾਂ ਨੂੰ ਜਿਉਂਦੀ ਕਰ। ਆਖਿਆ, ਹੇ ਰੱਬ, ਹੇ ਭਗਵਾਨ,
ਇਹ ਤੇਰੀ ਸ਼ਕਤੀ ਉੱਤੇ ਕਿੰਤੂ ਹੈ। ਵਾਹਿਗੁਰੂ ਦੀ ਆਰਾਧਨਾ ਕੀਤੀ, 7 ਘੜੀਆਂ ਬੀਤ ਗਈਆਂ ਪਰ ਰੱਬ ਹਾਲੇ ਨਹੀਂ ਆਇਆ। 7 ਘੜੀ ਜਬ ਬੀਤੀ ਸੁਣੀ, ਅਜਹੁ ਨਾ ਆਇਓ ਤੇਰੇ ਭਵਨ ਧਣੀ। ਪਾਖੰਤਨ ਬਾਜ ਬਜਾਏਲਾ, ਗਰੜ ਚੜੇ ਗੋਬਿੰਦ ਆਏਲਾ। ਆਖੀਰ ਨੂੰ ਵਾਹਿਗੁਰੂ ਜੀ ਆਏ। ਆਖਿਆ, ਹਾਂ ਨਾਮਦੇਵ, ਦੱਸ ਜੇ ਤੂੰ ਕਹੇ ਤਾਂ ਮੈਂ ਧਰਤੀ ਪੁੱਠੀ ਕਰ ਦਿਆਂ, ਜੇ ਤੂੰ ਕਹੇ ਤਾਂ ਮੈਂ ਸੁਲਤਾਨ ਗਰਕ ਕਰ ਦਿਆਂ। ਭਗਤ ਜੀ ਨੇ ਆਖਿਆ, ਮਹਾਰਾਜ ਬਾਸੇ ਮੂਈ ਗਾਂ ਜਿਉਂਦੀ ਕਰ ਦਿਓ। ਕਹਿੰਦੇ ਉਹ ਮਰੀ ਹੋਈ ਗਾਂ ਜਿਉਂਦੀ ਕਰ ਦਿੱਤੀ, ਔਰ ਉਹਦਾ ਦੁੱਧ ਚੋ ਕੇ ਜਦੋਂ ਸੁਲਤਾਨ ਦੇ ਸਨਮੁਖ ਰੱਖਿਆ ਤੇ ਉਹ ਸੁਲਤਾਨ ਵੀ ਭਗਤ ਜੀ ਦੀ ਭਗਤੀ ਅੱਗੇ ਨਤਮਸਤਕ ਹੋ ਗਿਆ, ਸੀਸ ਝੁਕਾ ਕੇ। ਇਹਦਾ ਜ਼ਿਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ ਔਰ ਭਾਈ ਗੁਰਦਾਸ ਸਾਹਿਬ ਨੇ ਵੀ ਕੀਤਾ। ਅੱਜ ਕੱਲ ਭਾਵੇਂ ਕੋਈ ਅਰਥਾਂ ਦੇ ਅਨਰਥ ਕਰਕੇ ਜਿਵੇਂ ਮਰਜ਼ੀ ਦੱਸੀ ਜਾਏ, ਇਹ ਵਾਦੀ ਅੱਜ ਕੱਲ ਚੱਲ ਰਹੀ ਹੈ ਕਿ ਜੋ ਵਾਸਤਵਿਕ ਅਰਥ ਨੇ ਉਹਨਾਂ ਦਾ ਅਨਰਥ ਕਰਕੇ ਉਲਟਾ ਪੁਲਟਾ ਕੇ ਉਹਨਾਂ ਦੇ ਅਰਥ ਬਿਆਨ ਕੀਤੇ ਜਾ ਰਹੇ ਨੇ। ਖੈਰ, ਮਹਾਰਾਜ ਭਗਤ ਨਾਮਦੇਵ ਜੀ ਜਿਨ੍ਹਾਂ ਆਪਣਾ ਸਾਰਾ ਜੀਵਨ ਵਾਹਿਗੁਰੂ ਪਰਮੇਸ਼ਰ ਦੀ ਇਬਾਦਤ ਵਿੱਚ, ਬੰਦਗੀ 'ਚ ਬਤੀਤ ਕੀਤਾ, ਔਰ ਮਹਾਰਾਜ ਭਗਤ ਨਾਮਦੇਵ ਜੀ ਇੱਧਰ ਪੰਜਾਬ ਦੇ ਇਲਾਕੇ ਵਿੱਚ ਵੀ ਵਿਚਰੇ, ਅਨੇਕਾਂ ਜੀਵਾਂ ਦੀ ਕਲਿਆਣ ਕੀਤੀ। ਉਹਨਾਂ ਦੀ ਪਾਵਨ ਬਾਣੀ ਨੂੰ ਜਗਤ ਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜਗਤ ਪਿਤਾ ਸਤਿਗੁਰਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤਾ। ਕਿੰਨੇ ਪਿਆਰੇ ਬਚਨ ਵਾਹਿਗੁਰੂ ਦੀ ਉਸਤਤੀ ਵਿੱਚ ਉਚਾਰਦੇ, ਦੇਵਾ ਪਾਹਨ ਤਾਰੀਅਲੇ, ਰਾਮ ਕਹਿਤ ਜਨ ਕਸ ਨਾ ਤਰੇ। ਦਾਸੀ ਸੁਤ ਜਨ ਬਿਦਰ ਸੁਦਾਮਾ, ਉਗਰ ਸੈਨ ਕੋ ਰਾਜ ਦੀ। ਕਿੰਨੀ ਬਨਿਮਰਤਾ ਨਾਲ ਕਹਿੰਦੇ, ਜਪਹੀਨ ਤਪਹੀਨ ਕੁਲਹੀਨ ਕਰਮਹੀਨ, ਨਾਮੇ ਕੇ ਸੁਆਮੀ ਤੇਉ ਤਰੇ। ਮਹਾਰਾਜ ਜਿਹੜੇ ਜਪ ਤੋਂ ਹੀਣੇ, ਤਪ ਤੋਂ ਹੀਣੇ, ਕੁਲ ਤੋਂ ਹੀਣੇ, ਇਹ ਮੇਰੇ ਸੁਆਮੀ ਜੀ ਤੁਸੀਂ ਤਾਂ ਉਹ ਵੀ ਤਾਰ ਦਿੱਤੇ ਨੇ, ਮੈਨੂੰ ਵੀ ਤਾਰੋ ਮਹਾਰਾਜ। ਕਿੰਨੇ ਪਿਆਰ ਵਾਲੇ ਬਚਨ ਵਾਹਿਗੁਰੂ ਦੀ ਸਿਫਤ ਵਿੱਚ ਉਚਾਰਦੇ। ਮੈਂ ਅੰਦਲੇ ਕੀ ਟੇਕ ਤੇਰਾ ਨਾਮ ਖੁੰਦਕਾਰਾ। ਕੈਸੇ ਪਿਆਰ ਵਿੱਚ ਆ ਕੇ ਕਹਿੰਦੇ, ਤੂੰ ਪੁਨਰੇ ਮੈਂ ਜੀ ਨਾਮਾ ਹੋ ਜੀ, ਆਲਾ ਤੇ ਨਿਵਾਰਣਾ ਜਮ ਕਾਰਣਾ। ਕੈਸੇ ਪਰਮ ਰੰਗ ਦੇ ਵਿੱਚ ਉਚਾਰਦੇ, ਪਾੜ ਪੜੋਸਣ ਪੂਛੀ ਲੈ ਨਾਮਾ ਕਾ ਪਹਿਚਾਨ ਛਵਾਈ ਹੋ, ਤੋ ਪੈ ਦੁਗਣੀ ਮਜੂਰੀ ਦੈ ਹੋ, ਮੋਕੋ ਬੇਡੀ ਦੇਹੋ ਬਤਾਈ ਹੋ, ਰੀ ਬਾਈ ਬੇਡੀ ਦੇਣ ਨਾ ਜਾਈ। ਕੈਸੇ ਪਰਮ ਪਿਆਰ ਵਿੱਚ ਭਿੱਜੇ ਮਹਾਰਾਜ ਭਗਤ ਨਾਮਦੇਵ ਜੀ ਇਹ ਬਚਨ ਉਚਾਰਦੇ। ਪਰ ਸਤਿਗੁਰਾਂ ਨੇ ਭਗਤ ਜੀ ਦੇ ਉਹ ਪਾਵਨ ਬਚਨ, ਉਹਨਾਂ ਦੀ ਪਾਵਨ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਆਪਣੀ ਬਾਣੀ ਦੇ ਤੁਲ ਦਰਜ ਕੀਤਾ। ਪਹਿਲੇ ਸਥਾਨ ਤੇ ਮਹਾਰਾਜ ਕਬੀਰ ਜੀ ਦੀ ਬਾਣੀ ਹੈ, ਫਿਰ ਦੂਸਰੇ ਸਥਾਨ ਤੇ ਮਹਾਰਾਜ ਭਗਤ ਨਾਮਦੇਵ ਜੀ ਦੀ ਬਾਣੀ ਨੂੰ ਦਰਜ ਕੀਤਾ। ਐਸੇ ਮਹਾਤਮਾ ਕੈਸੇ ਆਨੰਦ ਵਿੱਚ ਕਿਹਾ ਹੋਵੇਗਾ ਜਦੋਂ ਕਿਹਾ ਹੋਵੇਗਾ, ਹੱਲੇ ਯਾਰਾਂ ਖੁਸ਼ ਖਬਰੀ। ਆਹਾ, ਖੂਬ ਤੇਰੀ ਪਗਰੀ ਮਿੱਠੇ ਤੇਰੇ ਬੋਲ। ਕੈਸੇ ਭਜਨ ਵਿੱਚ ਵਾਹਿਗੁਰੂ ਪਰਮੇਸ਼ਰ ਦੀ ਸਿਫਤ ਕੀਤੀ। ਆਹਾ, ਕੈਸੀ ਸੁੰਦਰ ਖੂਬ ਪਗੜੀ। ਵਾਹਿਗੁਰੂ ਦਸਤਾਰ ਧਾਰੀ ਹੈ। ਭਗਤ ਨਾਮਦੇਵ ਜੀ ਨੇ ਬਿਆਨ ਕੀਤਾ, ਮੇਰਾ ਵਾਹਿਗੁਰੂ, ਮੇਰਾ ਪ੍ਰਮਾਤਮਾ, ਉਹਦੇ ਸਿਰ ਤੇ ਪਗੜੀ ਹੈ, ਦਸਤਾਰ ਹੈ, ਬੜੀ ਸੁੰਦਰ। ਕਦੇ ਤੇ ਬਾਜਾਂ ਵਾਲੇ ਸੁਆਮੀ ਨੇ ਸਾਨੂੰ ਦਸਤਾਰ ਦਿੱਤੀ ਹੈ, ਅਕਾਲ ਪੁਰਖ ਦਾ ਤਾਜ ਹੈ ਇਹ ਦਸਤਾਰ। ਇਹ ਤਾਜ ਹੈ ਵਾਹਿਗੁਰੂ ਦਾ, ਪਰਮੇਸ਼ਰ ਦਾ, ਸਤਿਗੁਰਾਂ ਨੇ ਸਾਡੇ ਸਿਰਾਂ ਤੇ ਸਜਾਇਆ। ਅੱਜ ਬਹੁਤ ਵੀਰ ਨੇ ਜਿਹੜੇ ਇਸ ਤਾਜ ਨੂੰ ਤਿਆਗ ਕੇ ਹੋਰ ਪਾਸੇ ਹੋਰ ਰਾਹਾਂ ਤੇ ਟੁਰੇ ਹੋਏ।
ਐਸਾ ਸੁੰਦਰ ਤਾਜ ਦਸਤਾਰ ਦਾ, ਉਸ ਨੂੰ ਤਿਆਗ ਕੇ ਹੋਰ ਰਾਹਾਂ ਤੇ, ਹੋਰ ਭੈੜਿਆਂ ਰਾਹਾਂ ਤੇ, ਪਤਤ ਪੁਣੇ ਦੇ ਰਾਹਾਂ ਤੇ ਟੁਰੇ ਹੋਏ। ਬਹੁਤ ਨੇ ਐਸੇ ਜਿਨ੍ਹਾਂ ਨੂੰ ਇਸ ਤਾਜ ਦੀ ਅਹਿਮੀਅਤ ਦਾ ਨਹੀਂ ਪਤਾ, ਇਸ ਦੀ ਵਡਿਆਈ ਦਾ ਨਹੀਂ ਪਤਾ। ਪਰ ਜਦੋਂ ਇਸ ਦੀ ਅਹਿਮੀਅਤ ਦਾ ਨਹੀਂ ਪਤਾ ਹੁੰਦਾ, ਕਈ ਕੇਸਾ ਧਾਰੀ ਵੀਰ ਵੇਖੇ ਜਾਂਦੇ ਨੇ, ਨਿੱਕੀਆਂ ਨਿੱਕੀਆਂ ਪਟਕੀਆਂ ਜੀਆਂ ਬੰਨੀਆਂ ਹੁੰਦੀਆਂ, ਜੂੜਾ ਜਿਹਾ ਕਰਕੇ ਨਿੱਕਾ ਜਿਹਾ ਪਟਕਾ, ਹਾਂ ਕੋਈ ਗੇਮ ਕਰਦਾ, ਕੋਈ ਖੇਡਦਾ, ਉਹਦੇ ਲਈ ਮਜਬੂਰੀ ਹੈ। ਜਾਂ ਕਈਆਂ ਨੇ ਇੱਕ ਨਿੱਕਾ ਜਿਹਾ ਸਕਾਪ ਜਿਹਾ ਹੀ ਬਣਾਇਆ ਹੁੰਦਾ, ਏਦਾਂ ਹੀ ਸਿਰ ਤੇ ਪਿਛਲੇ ਪਾਸੇ ਬੰਨ ਲੈਂਦੇ। ਉਹ ਨਹੀਂ ਜਾਣਦੇ ਕਿ ਇਸ ਦਸਤਾਰ ਦੀ ਅਹਿਮੀਅਤ ਕੀ ਹੈ। ਇਹ ਤਾਂ ਬਾਦਸ਼ਾਹੀ ਤਾਜ ਹੈ, ਰਾਜੇ ਬਣਾਇਆ ਸਤਿਗੁਰਾਂ ਨੇ ਸਾਨੂੰ, ਤੇ ਅਸੀਂ ਜਾਣ ਬੁੱਝ ਕੇ ਉਸ ਰਾਜ ਭਾਗ ਨੂੰ ਛੱਡ ਕੇ ਕੁੱਤਾ ਰਾਜ ਬਹਾਲੀਏ, ਫਿਰ ਚੱਕੀ ਚੱਟਾ ਵਾਲੀ ਬਿਰਤੀ ਰੱਖਦੇ ਹਾਂ। ਭਗਤ ਜੀ ਕਹਿੰਦੇ, ਵਾਹਿਗੁਰੂ ਤੇਰੀ ਪੱਗ ਕਿੰਨੀ ਸੋਹਣੀ ਬੱਧੀ ਹੋਈ ਹੈ, ਖੂਬ ਤੇਰੀ ਪਗਰੀ, ਆਹਾ ਕਿੰਨੀ ਸੁੰਦਰ ਪੱਗ ਹੈ ਤੇਰੀ, ਮਿੱਠੇ ਤੇਰੇ ਬੋਲ। ਔਰ ਵਾਹਿਗੁਰੂ ਜੀ ਤੁਹਾਡੇ ਬੋਲ ਕਿੰਨੇ ਮਿੱਠੇ ਨੇ, ਕਿੰਨੇ ਪਿਆਰੇ ਨੇ। ਐਸੇ ਮਹਾਪੁਰਸ਼ ਭਗਤ ਨਾਮਦੇਵ ਜੀ, ਜਿਨ੍ਹਾਂ ਦਾ ਅੱਜ 750 ਸਾਲਾ ਪ੍ਰਕਾਸ਼ ਪੁਰਬ ਦਿਹਾੜਾ ਹੈ, ਪੂਰੇ ਸ਼ਤਾਬਦੀ ਮਨਾਈ ਜਾ ਰਹੀ ਹੈ ਸਮੁੱਚੇ ਖਾਲਸੇ ਪੰਥ ਵਿੱਚ। ਕਿੱਥੇ ਜਿੱਥੇ ਮਹਾਰਾਜ ਭਗਤ ਨਾਮਦੇਵ ਜੀ ਨੂੰ ਪੂਜਣ ਵਾਲੇ, ਆਰਾਧਨ ਵਾਲੇ ਮਾਈ ਭਾਈ ਬੈਠੇ ਨੇ, ਉਹ ਸਾਰੇ ਭਗਤ ਜੀ ਨੂੰ ਅੱਜ ਨਮਸਕਾਰਾਂ ਕਰ ਰਹੇ। ਉਹਨਾਂ ਦੀ ਬੰਦਗੀ ਨੂੰ ਨਮਸਕਾਰ ਹੈ, ਉਹਨਾਂ ਦੇ ਪ੍ਰਤਾਪ ਨੂੰ ਨਮਸਕਾਰ ਹੈ। ਐਸੇ ਮਹਾਨ ਭਗਤ ਨਾਮਦੇਵ ਜੀ ਦੇ ਪਵਿੱਤਰ ਜਨਮ ਦਿਹਾੜੇ ਦੀਆਂ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਔਰ ਸਮੂਹ ਨਾਲ ਭਗਤੀ ਕਰਨ ਵਾਲੇ, ਭਗਤੀ ਦੇ ਚਾਹਵਾਨ ਗੁਰਮੁਖਾਂ ਜੀਵਾਂ ਨੂੰ ਲੱਖ ਲੱਖ ਵਧਾਈਆਂ ਹਨ।